देश दुनिया की हर वड्डी खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਅਧਿਕਾਰੀ ਹੈਗੇ ਆ ਇਨੋਵਾ ਜਿਹੜੀਆਂ ਗੱਡੀਆਂ ਅੰਦਰ ਗਈਆਂ ਸੀਗੀਆਂ ਉਸ 'ਚ ਬੈਠਣੇ ਸ਼ੁਰੂ ਹੋ ਗਏ ਨੇ ਔਰ ਜਿਹੜੀ ਉਹ ਕਾਰਵਾਈ ਹੈਗੀ ਆ ਉਹ ਇੱਦਾਂ ਲੱਗਦਾ ਜਿੱਦਾਂ ਕਿ ਉਹ ਖਤਮ ਹੋ ਗਈ ਆ ਔਰ ਉਹ ਬਾਹਰ ਨਿਕਲ ਰਹੇ ਨੇ ਔਰ ਖਤਮ ਹੋ ਗਿਆ ਜਿਹੜੀ ਈਡੀ ਦੀ ਰੇਡ ਆ ਉਹ ਲਗਭਗ ਖਤਮ ਹੋਣ ਦੇ ਕਗਾਰ ਤੇ ਪਹੁੰਚ ਗਈ ਆ ਔਰ ਜਿਹੜੇ ਅਧਿਕਾਰੀ ਆ ਉਹ ਗੱਡੀਆਂ ਵਿੱਚ ਬਹਿਣਾ ਸ਼ੁਰੂ ਹੋ ਗਏ ਨੇ। ਗੱਡੀ ਦੀਆਂ ਜਿਹੜੀਆਂ ਦਰਵਾਜ਼ੇ ਆ ਉਹ ਖੁੱਲ੍ਹ ਗਏ ਔਰ ਬੰਦ ਹੋਣੇ ਸ਼ੁਰੂ ਹੋ ਗਏ ਨੇ। ਗੱਡੀ 'ਚ ਜਿਹੜੇ ਅਧਿਕਾਰੀ ਆ ਉਹ ਬੈਠ ਰਹੇ ਨੇ ਔਰ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਦਿਖਾਵੇ ਕਿ ਜਿਹੜੀ ਅਧਿਕਾਰੀ ਜਿਹੜੇ ਸਵੇਰ ਤੋਂ ਕੋਠੀ ਦੇ ਅੰਦਰ ਸੀਗੇ ਉਹ ਹੁਣ ਜਾਣ ਦੀ ਜਿਹੜੇ ਗੱਡੀ ਤੇ ਬੈਠ ਗਏ ਨੇ। ਹੁਣ ਜਿਹੜੇ ਬੈਰੀਕੇਡਿੰਗ ਕੀਤੀ ਗਈ ਸੀਗੀ ਉਹਨੂੰ ਹਟਾਇਆ ਜਾ ਰਿਹਾ, ਗੇਟ ਖੋਲ੍ਹਿਆ ਜਾ ਰਿਹਾ। ਹੁਣ ਜਿਹੜੀਆਂ ਇਹ ਇਨੋਵਾ ਗੱਡੀਆਂ ਇਹ ਈਡੀ ਦੇ ਅਧਿਕਾਰੀਆਂ ਦੀਆਂ ਔਰ ਗੱਡੀਆਂ ਜਿਹੜੀਆਂ ਉਹ ਨਿਕਲ ਰਹੀਆਂ। ਇਹ ਹਾਲਾਂਕਿ ਟੈਕਸੀ ਨੰਬਰ ਗੱਡੀਆਂ ਹੈਗੀਆਂ ਪਰ ਇਹ ਈਡੀ ਦੇ ਅਧਿਕਾਰੀਆਂ ਦੀਆਂ ਗੱਡੀਆਂ ਹੈਗੀਆਂ। ਈਡੀ ਦੇ ਅਧਿਕਾਰੀ ਨਿਕਲ ਗਏ ਨੇ। ਜਿਹੜੀ ਸਵੇਰੇ 7:30 ਵਜੇ ਜਿਹੜੀ ਰੇਡ ਸ਼ੁਰੂ ਹੋਈ ਸੀਗੀ ਉਹ ਸ਼ਾਮੀ 6:30 ਵਜੇ ਜਾ ਕੇ ਖਤਮ ਹੋ ਗਈ ਆ। ਹੁਣ ਮੀਡੀਆ ਨੂੰ ਵੀ ਜਿਹੜਾ ਅਲਾਓ ਕਰ ਦਿੱਤਾ ਗਿਆ। ਮੀਡੀਆ ਵਾਲੇ ਅੰਦਰ ਜਾ ਰਹੇ ਆ। ਸੁਖਪਾਲ ਖਹਿਰਾ ਜੀ ਜਿਹੜੇ ਆ ਉਹ ਮੀਡੀਆ ਨਾਲ ਗੱਲਬਾਤ ਕਰਨਗੇ। ਆਪਾਂ ਉਸ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕੀ ਹੈ ਕੀ ਹੈ। ਸਾਰੇ ਅੱਛੇ ਤਰੀਕੇ ਨਾਲ ਤੁਸੀਂ ਮੇਰੀ ਠਰਮੇ ਨਾਲ ਆਪਾਂ ਗੱਲ ਕਰਦੇ ਹਾਂ ਸਾਰੇ। ਆਰ ਯੂ ਰੈਡੀ? ਯੂ ਲੈਟ ਮੀ ਨੋ। ਓਕੇ। ਇੱਕ ਨਾ ਪੰਜਾਬੀ ਦੀ ਕਹਾਵਤ ਆ, ਖੋਦੇ ਕਰ ਲੋ, ਤਿਆਰ ਹੋ ਲੋ ਪਹਿਲਾਂ ਤੁਸੀਂ ਸਾਰੇ। ਇੱਕ ਨਾ ਪੰਜਾਬੀ ਦੀ ਕਹਾਵਤ ਆ, ਖੋਦਿਆ ਪਹਾੜ ਤੇ ਨਿਕਲਿਆ ਚੂਹਾ, ਇੱਥੇ ਚੂਹੀ ਵੀ ਨਹੀਂ ਨਿਕਲੀ। ਔਰ ਮੈਂ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦਾ ਔਰ ਆਪਣੇ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ 'ਚ ਅੱਜ ਦਾ ਭਰੋਸਾ ਨਹੀਂ ਰੱਖਿਆ। ਇਹ ਜਿਹੜੇ ਇੱਦਾਂ ਦੇ ਰੇਡ ਨੇ, ਇਹ ਜਿਹੜੇ ਇੱਦਾਂ ਦੀਆਂ ਗਿੱਦੜ ਭਪਕੀਆਂ ਨੇ ਸਰਕਾਰਾਂ ਦੀਆਂ, ਇਹ ਸਾਡੇ ਤੇ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜੀ ਤੇ 70 ਦੇ ਦਹਾਕੇ ਦੇ ਚੱਲ ਰਹੇ ਨੇ। ਜਿਹੜੇ ਲੋਕ ਪੁਰਾਣੇ ਇਤਿਹਾਸ ਦੇ ਨਾਲ ਤੇ ਪੰਜਾਬ ਦੀ ਪੋਲੀਟਿਕਸ ਨਾਲ ਜੁੜੇ ਨੇ, ਮੇਰੇ ਪਿਤਾ ਜੀ ਨੂੰ ਐਮਰਜੈਂਸੀ ਦੀ ਜੇਲ੍ਹ 19 ਮਹੀਨੇ ਕੱਟਣੀ ਪਈ ਸੀ ਇਸ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ। ਔਰ ਉਸ ਤੋਂ ਬਾਅਦ ਨੈਸ਼ਨਲ ਸਿਕਿਉਰਿਟੀ ਐਕਟ NSA ਦੇ ਤਹਿਤ ਇਸ ਦੇਸ਼ ਦੀਆਂ ਦੂਰ ਦੁਰਾਡੇ ਜੇਲ੍ਹਾਂ ਉੜੀਸਾ ਕਿਉਂਜੌਰ, ਅਗਰਤਲਾ ਇਨ ਤ੍ਰਿਪੁਰਾ ਔਰ ਫਤਿਹਪੁਰ ਸਿਕਰੀ ਉੱਤਰ ਪ੍ਰਦੇਸ਼, ਹਜ਼ਾਰੀਬਾਗ ਬਿਹਾਰ, ਇਹ ਅਸੀਂ ਉਹਨਾਂ ਦੀ 6-6 7-7 ਸਾਲ ਦੀਆਂ ਡਿਟੈਂਸ਼ਨਸ ਸਾਡੇ ਪਰਿਵਾਰ ਨੇ ਆਪਣੇ ਪਿੰਡੇ ਦੇ ਉੱਤੇ ਹੰਡਾਈਆਂ ਨੇ। ਇਸ ਲਈ ਸਾਡੇ ਤੇ ਇਹ ਜਿਹੜੇ ਰੇਡ ਤੇ ਆ ਧਮਕੀਆਂ ਤੇ ਡਰਾਵੇ ਇਹ ਕੱਖ ਵੀ ਨਹੀਂ। ਹੁਣ ਮੈਂ ਤੁਹਾਨੂੰ ਡਿਟੇਲ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਰੇਡ ਆ ਇਹ ਕਿਉਂ ਹੋ ਰਿਹਾ ਵਾ। ਇਹ ਰੇਡ ਇਸ ਲਈ ਹੋ ਰਿਹਾ ਵਾ ਕਿਉਂਕਿ ਮੈਂ ਪਿਛਲੇ ਕਾਫੀ ਅਰਸੇ ਤੋਂ, ਬਲਕਿ ਅਸੀਂ ਸਾਰੇ ਜਿਹੜੇ ਸਾਡੇ ਨਾਲ ਸਤਿਕਾਰਯੋਗ MLAs ਨੇ, ਅਸੀਂ ਸਾਰਿਆਂ ਨੇ ਬੜੇ ਡਟ ਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਨਵਰੀਤ ਸਿੰਘ ਕਤਲकांड ਦਿੱਲੀ ਪੁਲਿਸ ਦੇ ਖਿਲਾਫ ਡਟ ਕੇ ਚੱਕਿਆ ਵਾ। ਜੋ ਵੀ ਸਾਡੇ ਕੋਲ ਸੋਸ਼ਲ ਮੀਡੀਆ ਦੇ ਉੱਤੇ ਸ਼ਕਤੀ ਸੀਗੀ ਉਹ BJP ਦੀ ਸਰਕਾਰ ਦੇ ਖਿਲਾਫ ਅਸੀਂ ਆਪਣੀ ਆਵਾਜ਼ ਪੂਰੀ ਬੁਲੰਦ ਕੀਤੀ ਆ। ਜਿਸ ਤਰ੍ਹਾਂ ਗਵਰਨਮੈਂਟ ਅੱਜ ਦੇਸ਼ ਦੇ ਵਿੱਚ ਹਿਊਮਨ ਰਾਈਟ ਐਕਟਿਵਿਸਟ ਦੀ, ਜਿਹੜੇ ਲੋਕ ਸੈਲੀਬ੍ਰਿਟੀਜ਼ ਨੇ ਜਿਹੜੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲਦੇ ਨੇ, ਜਾਂ ਜਿਹੜੇ ਕੁਝ ਇੰਡੀਪੈਂਡੈਂਟ ਵੌਇਸਿਸ ਨੇ, ਉਹਨਾਂ ਨੂੰ ਧਮਕਾਉਣ ਲਈ, ਉਹਨਾਂ ਦੀ ਆਵਾਜ਼ ਬੰਦ ਕਰਾਉਣ ਵਾਸਤੇ, ਉਹਨਾਂ ਨੂੰ ਇੰਟੀਮੀਡੇਟ ਤੇ ਉਹਨਾਂ ਦੀ ਆਵਾਜ਼ ਨੂੰ ਗੈਗ ਕਰਨ ਦੇ ਨਜ਼ਰੀਏ ਨਾਲ ਸਾਰੇ ਦੇਸ਼ ਵਿੱਚ ਇਸ ਵਕਤ ਇਸ ਤਰ੍ਹਾਂ ਦੇ ਰੇਡਸ ਚੱਲ ਰਹੇ ਨੇ। ਚਾਹੇ ਉਹ ਤਾਪਸੀ ਪੰਨੂ ਐਕਟਰੈਸ ਹੈ, ਅਨੁਰਾਗ ਕਸ਼ਯਪ ਹੈ, ਦਿਸ਼ਾ ਰਵੀ ਲੜਕੀ ਕਲਾਈਮੇਟ ਦੀ ਕੈਂਪੇਨਰ ਹੈ, ਚਾਹੇ ਉਹ ਸਾਡੀ ਨੋਦੀਪ ਕੌਰ ਆ, ਚਾਹੇ ਲੱਖੇ ਸਿਧਾਣੇ ਤੇ ਪਰਚਾ ਵਾ, ਚਾਹੇ ਦੀਪ ਸਿੱਧੂ ਅੰਦਰ ਆ, ਚਾਹੇ ਜਿਹੜਾ ਸ਼ਿਵ ਕੁਮਾਰ ਇੰਜਰਡ ਆ, ਚਾਹੇ ਰਣਜੀਤ ਸਿੰਘ ਜਿਹਨੂੰ ਚੱਕ ਕੇ ਤਿਹਾੜ ਜੇਲ੍ਹ ਦੇ ਵਿੱਚ ਠੋਕਿਆ ਵਾ। ਮੇਰੇ ਤਾਂ ਹਲੇ ਰੇਡ ਹੀ ਹੋਇਆ ਨਾ, ਉਹਨਾਂ ਨੂੰ ਤਾਂ ਉਹਨਾਂ ਦੇ ਚੱਡੇ ਪਾੜ ਦਿੱਤੇ ਨੇ, ਲੜਕੀਆਂ ਦੀ ਪ੍ਰਾਈਵੇਟ ਪਾਰਟਸ ਡੈਮੇਜ ਕੀਤੇ ਨੇ, ਉਹਨਾਂ ਦੀ ਲਿਬਰਟੀ ਨੂੰ ਇਨਫ੍ਰਿੰਜ ਕੀਤਾ ਵਾ। ਇਸ ਲਈ ਅੱਜ ਦੇ ਰੇਡ ਜਿਹੜਾ ਇਹਨਾਂ ਨੇ ਬਹੁਤ ਸਨਸਨੀ ਬਣਾਇਆ ਔਰ ਕੁਝ ਟੈਲੀਵਿਜ਼ਨ ਚੈਨਲਸ ਲਿਖ ਰਹੇ ਸੀਗੇ ਕਿ ਡਰੱਗਸ ਨਾਲ ਕਨੈਕਟਡ ਹੈ, ਪਾਸਪੋਰਟਸ ਨਾਲ ਕਨੈਕਟਡ ਹੈ, ਹਿਊਮਨ ਟ੍ਰੈਫਿਕਿੰਗ ਨਾਲ ਕਨੈਕਟਡ ਹੈ।
ਮੈਂ ਤੁਹਾਨੂੰ ਸਭ ਨੂੰ ਕਲੈਰੀਫਾਈ ਕਰਨਾ ਚਾਹੁੰਦਾ ਕਿ ਇਸ ਅੱਜ ਦੇ 10-12 ਘੰਟੇ ਦੇ ਰੇਡ ਵਿੱਚ ਇੱਕ ਲਫ਼ਜ਼ ਮੇਰੇ ਕੋਲੋਂ ਉਹਨਾਂ ਨੇ ਡਰੱਗਸ ਦਾ ਨਹੀਂ ਪੁੱਛਿਆ, ਇੱਕ ਲਫ਼ਜ਼ ਕੋਈ ਹਿਊਮਨ ਟ੍ਰੈਫਿਕਿੰਗ ਦਾ ਨਹੀਂ ਪੁੱਛਿਆ, ਇੱਕ ਲਫ਼ਜ਼ ਕੋਈ ਪਾਸਪੋਰਟ ਫਰਜ਼ੀ ਬਣਾਉਣ ਦਾ ਨਹੀਂ ਪੁੱਛਿਆ, ਕਿਉਂਕਿ ਅਸੀਂ ਕਦੇ ਗਲਤ ਕੰਮ ਕੀਤਾ ਹੀ ਨਹੀਂਗਾ। ਔਰ ਜਿਹੜੀ ਉਹ ਸਰਚ ਕਰਕੇ ਗਏ ਨੇ, ਕਿਉਂਕਿ ਹੁਣ ਉਹਨਾਂ ਨੇ ਕੁਛ ਤਾਂ ਲੈ ਕੇ ਜਾਣਾ ਸੀ ਨਾ, ਖਾਲੀ ਹੱਥ ਜਾਣੋ ਰੇ। ਜਿਹੜੇ ਮੇਰੀ ਵਾਈਫ ਨੇ ਜਿਹੜੇ ਮੇਰੇ ਬੱਚਿਆਂ ਦੀ ਸ਼ਾਦੀ ਦਾ ਰਿਕਾਰਡ ਰੱਖਿਆ ਸੀ ਨਾ, ਡਾਇਰੀਜ਼ ਮੇਨਟੇਨ ਕਰਦੇ ਨਾ ਆਪਾਂ ਸਾਰੇ ਘਰਾਂ ਦੇ ਵਿੱਚ ਕਿ ਕਿੰਨਾ ਖਰਚਾ ਹੋਇਆ ਸ਼ਾਦੀ ਤੇ, ਕਿੰਨਾ ਸ਼ਗਨ ਦਿੱਤਾ ਲੋਕਾਂ ਨੇ, ਕਿੰਨਾ ਅਸੀਂ ਜਿਹੜੇ ਕੇਟਰਿੰਗ ਵਾਲੇ ਸੀ ਉਹਨਾਂ ਨੂੰ ਕਿੰਨਾ ਅਦਾ ਕੀਤਾ, ਕਿੰਨਾ ਐਡਵਾਂਸ ਕੀਤਾ, ਇਟਸ ਅ ਮੈਟਰ ਆਫ ਰਿਕਾਰਡ। ਦੋਨੋਂ ਮੇਰੇ ਬੱਚਿਆਂ ਦੀਆਂ 2 ਡਾਇਰੀਜ਼ ਸੀਗੀਆਂ, ਉਹਦੇ ਵਿੱਚ ਕਿੰਨੇ ਅਸੀਂ ਲੱਡੂ ਦੇ ਡੱਬੇ ਸ਼ਗਨ ਵਾਲੇ ਦਿਨ ਅਸੀਂ ਲੈ ਕੇ ਜਾਣੇ ਆ, ਕਿੰਨੇ ਕਾਜੂ ਦੇ ਡੱਬੇ ਆਰਡਰ ਕਰਨੇ ਨੇ, ਕਿੰਨਾ ਡਰਾਈ ਫਰੂਟ ਲੈ ਕੇ ਜਾਣਾ, ਕੱਲਾ ਪੇਜ ਮੇਰੇ ਕੋਲ ਸਾਈਨ ਕਰਾ ਕੇ ਕਹਿਣ ਨੂੰ ਇੱਕ ਪੰਚਨਾਮਾ ਸਾਈਨ ਕਰਾ ਕੇ ਜਾਂਦੇ ਨੇ। ਉਸ ਪੰਚਨਾਮੇ ਵਿੱਚ ਕਹਿਣ ਨੂੰ 10-12-15 ਚੀਜ਼ਾਂ ਪਾਤੀਆਂ ਉਹਨਾਂ ਨੇ, ਪਰ ਪਾਈਆਂ ਸਾਰੀਆਂ ਇਦਾਂ ਦੀਆਂ ਫ੍ਰਿਵਲਸ ਨੇ, ਫ੍ਰਿਵਲਸ। ਔਰ ਜਿਹੜਾ 1-2 ਗੱਲਾਂ ਇੰਪੋਰਟੈਂਟ ਫਾਈਨੈਂਸ਼ੀਅਲ ਡੀਲਿੰਗਸ ਪੁੱਛਦੇ ਸੀ, ਉਹ ਸਾਡੇ ਆਪਣੇ ਪਰਿਵਾਰ ਦੇ ਪੁੱਛੀ ਜਾਂਦੇ ਨੇ। ਤੁਹਾਡੇ ਆਪਣੇ ਬੇਟੇ ਦੇ ਨਾਲ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੈ ਕੋਈ? ਤੁਹਾਡੀ ਆਪਣੀ ਬੇਟੀ ਦੇ ਨਾਲ ਕੋਈ ਟ੍ਰਾਂਜੈਕਸ਼ਨਸ ਹੈ? ਇੱਕ ਮੇਰਾ ਬੇਟੇ ਨੇ, ਕਿਉਂਕਿ ਹੁਣ ਰੀਸੈਂਟਲੀ ਇੱਕ ਅਪਾਰਟ ਫਰੋਮ ਪ੍ਰੈਕਟਿਸਿੰਗ ਇਨ ਦਾ ਹਾਈ ਕੋਰਟ, ਇਸ ਨੇ ਇੱਕ ਸਟੋਨ ਮੇਸਨ ਕੰਪਨੀ ਬਣਾਈ ਆ, ਛੋਟੀ ਜੀ ਕੰਸਟਰਕਸ਼ਨ ਦੀ, ਜਿੱਦਾਂ ਐਂਟਰਪ੍ਰੈਨਰ ਹੁੰਦੇ ਨੇ। ਹਾਂਜੀ, ਪਾਰਟਨਰਸ਼ਿਪ ਫਰਮ, ਕੰਪਨੀ ਨਹੀਂ ਬਣਾਈ, ਪਾਰਟਨਰਸ਼ਿਪ ਫਰਮ। ਹਰ ਇੱਕ ਆਦਮੀ ਚਾਹੁੰਦਾ ਜ਼ਿੰਦਗੀ 'ਚ ਕਿ ਮੈਂ ਵੀ ਤਰੱਕੀ ਕਰਾਂ। ਉਹਦੇ 'ਚ ਅਸੀਂ ਇੱਕ ਬਹੁਤ ਨਾਮਾਤਰ ਛੋਟੀ ਜੀ ਇਹਨਾਂ ਨੇ ਰਲ ਕੇ ਤੇ ਮੇਰੇ ਸਨ ਇਨ ਲਾਅ ਨੇ ਰਲ ਕੇ ਇੱਕ ਇਨਵੈਸਟਮੈਂਟ ਕੀਤੀ ਆ, ਤੇ 200 ਗਜ਼ ਦੇ ਕੋਈ 3-4 ਪਲਾਟਸ ਲਏ ਨੇ। ਉਹਦੇ ਤੇ ਉਹਨਾਂ 'ਚੋਂ ਇੱਕ ਤੇ ਕੰਸਟਰਕਸ਼ਨ ਸ਼ੁਰੂ ਕੀਤੀ ਆ, ਸ਼ਾਇਦ 1 ਜਾਂ 1.5 ਤੇ ਜਾਂ 2 ਦੇ ਉੱਤੇ। ਔਰ ਸਾਰਾ ਪੈਸਾ 100% ਥਰੂ ਬੈਂਕ ਚੈਕਸ, ਸਾਰਾ ਕੈਪੀਟਲ ਇਨਵੈਸਟਮੈਂਟ ਥਰੂ ਪ੍ਰੋਪਰ ਵਾਟਐਵਰ ਟ੍ਰਾਂਜੈਕਸ਼ਨਸ ਟਿਲ ਡੇਟ ਸਟੋਨ ਮੇਸਨ ਪਾਰਟਨਰਸ਼ਿਪ ਫਰਮ ਦੇ ਵਿੱਚ ਹੋਈਆਂ ਨੇ, ਇੱਕ ਪੈਸਾ ਅਕਾਊਂਟਡ ਫॉर ਹੈ। ਇੱਕ ਉਹਦੀ ਡਿਟੇਲਸ ਬਹੁਤ ਚੱਕ ਕੇ ਲੈ ਗਏ ਨੇ, ਚਲੋ ਲੈ ਜਾਣ, ਕੋਈ ਇਤਰਾਜ਼ ਨਹੀਂਗਾ। ਦੂਸਰਾ, ਮੇਰੇ ਸਨ ਇਨ ਲਾਅ ਸਰਦਾਰ ਦਰਬਾਰਾ ਸਿੰਘ, ਜਿਹੜੇ ਫਾਰਮਰ ਚੀਫ ਮਿਨਿਸਟਰ ਸੀ ਪੰਜਾਬ ਦੇ, ਉਹਨਾਂ ਦੇ ਗ੍ਰੈਂਡਸਨ ਹੈ। ਔਰ ਮੈਂ ਕੋਈ ਮਾਣ ਜਾਂ ਹੰਕਾਰ ਨਹੀਂਗਾ, ਪਰ ਵਾਹਿਗੁਰੂ ਦਾ ਦਿੱਤਾ ਹੋਇਆ ਸਭ ਕੁਝ ਸਾਰਿਆਂ ਦੇ ਕੋਲ ਹੈਗਾ। ਉਹ ਬੜੇ ਇੱਕ ਬਰਸਰੇ ਰੁਜ਼ਗਾਰ ਫੈਮਿਲੀ ਆ। ਉਹਨਾਂ ਦਾ ਆਪਣਾ IT ਦਾ ਬਿਜ਼ਨਸ ਹੈ, ਉਹਨਾਂ ਦੀ ਇੱਕ IT ਕੰਪਨੀ ਹੈਗੀ ਆ। ਉਸ IT ਕੰਪਨੀ ਨਾਲ ਕਨੈਕਟਡ ਮੇਰੇ ਨਾਲ ਕੋਈ ਟ੍ਰਾਂਜੈਕਸ਼ਨ, ਤੁਹਾਡੀ ਲੈਣ ਦੇਣ ਕੋਈ, ਉਹ ਸਾਰਾ ਉਹ ਜਿੰਨਾ ਸਾਡੇ ਕੋਲ ਅਵੇਲੇਬਲ ਰਿਕਾਰਡ ਸੀ ਦਿੱਤਾ। ਇੱਕ ਨਾ ਹਾਸੋ ਹੀ ਨਹੀਂ ਗੱਲ ਆ, ਮੇਰੀ ਬੇਟੀ ਜਿਹੜੀ ਸਿਮਰ ਖਹਿਰਾ, ਜੋਹਲ ਕਹਿੰਦੇ, ਜੋਹਲ ਹੈ ਹੁਣ, ਉਹਨਾਂ ਨੇ ਇੱਕ ਨਾ ਚੈਰਿਟੀ, ਉਹਨਾਂ ਨੂੰ ਦਿਲ ਕਰਦਾ, ਜਦੋਂ ਕਿਸਾਨ ਅੰਦੋਲਨ ਆਇਆ ਉਹਨਾਂ ਨੂੰ ਉਹਦੇ 'ਚ ਹੀ ਬਹੁਤ ਯੋਗਦਾਨ ਪਾਇਆ। ਫਿਰ ਉਹਨਾਂ ਨੂੰ ਇੱਕ ਦਿਨ ਪਿਰਮਲ ਸਿੰਘ ਖਾਲਸਾ MLA ਮੇਰੇ ਕੋਲ ਆਏ, ਉਹ ਕਹਿੰਦੇ ਜੀ ਮੇਰੇ ਨਾ 3 ਭਦੌੜ ਹਲਕੇ ਦੇ, ਸੰਗਰੂਰ ਦੇ ਸਾਡੇ 3 ਕੈਂਸਰ ਪੇਸ਼ੈਂਟਸ ਨੇ, 3 ਕੈਂਸਰ ਪੇਸ਼ੈਂਟਸ ਨੇ, ਉਹਨਾਂ ਨੂੰ ਤੁਸੀਂ 25-30 ਹਜ਼ਾਰ ਰੁਪਇਆ ਦੇ ਦਿਓਗੇ? ਹੁਣ ਮੇਰੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ ਮੇਰੇ ਵੀਰੋ। ਮੈਂ ਆਪਣੀ ਬੇਟੀ ਨੂੰ, ਆਪਣੇ ਸਨ ਇਨ ਲਾਅ ਨੂੰ ਬੇਨਤੀ ਕੀਤੀ, ਉਹਨਾਂ ਨੇ ਇੱਕਦਮ ਉਹਨਾਂ 3 ਅਕਾਊਂਟਸ ਵਿੱਚ ਨਾ, ਕਿਸੇ 'ਚ ਸ਼ਾਇਦ ਇੱਕ 'ਚ 15,000 ਪਾਇਆ, ਇੱਕ 'ਚ 20,000 ਪਾਇਆ, 2 ਅਕਾਊਂਟਾਂ 'ਚ ਸ਼ਾਇਦ 12,500 ਪਾਇਆ। ਉਹ ਵੀ ਇਸ ਸੀਜ਼ਰ ਦਾ ਰਿਕਾਰਡ ਆ, ਸਮਝ ਗਏ ਤੁਸੀਂ? ਅੱਛਾ, ਹੁਣ ਅੱਗੇ ਚਲੋ, ਜਿਹੜੇ ਮੇਰੇ ਆਪਣੇ ਘਰ ਦੇ ਡਾਕੂਮੈਂਟਸ ਨੇ, ਇਸ ਘਰ ਦੇ, ਜਿਹੜੇ ਮੈਂ ਆਪ ਖੁਦ ਮਾਲਕ ਆ, ਉਹ ਵੀ ਸੀਜ਼ਰ ਦਾ ਪਾਰਟ ਹੈ, ਰਿਕਾਰਡ ਆ। ਜਿਹੜਾ ਮੇਰੀ ਜ਼ਮੀਨ ਐਗਰੀਕਲਚਰ ਲੈਂਡ ਆ, ਉਹ ਵੀ ਇਹ ਸੀਜ਼ਰ ਦਾ ਪਾਰਟ ਆਫ ਰਿਕਾਰਡ ਆ। ਇੱਕ ਤੁਸੀਂ ਹੈਰਾਨ ਹੋਵੋਗੇ, ਜਿਹੜੇ ਡਾਕੂਮੈਂਟਸ ਦਾ ਮੇਰੇ ਨਾਲ ਕੋਈ ਸਰੋਕਾਰ ਨਹੀਂ, ਕਿਉਂਕਿ ਮੇਰੇ ਕੋਲ ਕੁਝ ਲੋਕ ਆਉਂਦੇ ਨੇ ਜਿਹੜੇ ਨਾ ਕਰਪਸ਼ਨ ਦੇ ਕੇਸਿਸ ਹਾਈਲਾਈਟ ਕਰਾਉਣਾ ਚਾਹੁੰਦੇ ਨੇ ਜਾਂ ਬੇਇਨਸਾਫੀ ਹੁੰਦੀ। ਜਿੱਦਾਂ ਲੁਧਿਆਣਾ ਸਿਟੀ ਸੈਂਟਰ ਆ, ਲੁਧਿਆਣਾ ਸਿਟੀ ਸੈਂਟਰ ਦਾ ਇੱਕ ਅੰਦਰ ਡਾਕੂਮੈਂਟ ਹੋਇਆ ਪਿਆ ਸੀਗਾ, ਜਿਹੜਾ ਮੈਨੂੰ ਲੋਕੀ ਏਡਾ ਪੁਲੰਦਾ ਦੇ ਕੇ ਗਏ ਸੀ ਟੁਡੇ ਹੋਮਸ ਦਾ, ਉਸ ਨੂੰ ਵੀ ਮੈਨੂੰ ਸੀਜ਼ਰ ਵਿੱਚ ਪਾਉਣ ਨੂੰ ਫਿਰਦੇ ਸੀ। ਮੈਂ ਕਿਹਾ ਕੁਛ ਤਾਂ ਸ਼ਰਮ ਕਰੋ। ਇਹ ਲੁਧਿਆਣਾ ਸਿਟੀ ਸੈਂਟਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਰਪਸ਼ਨ ਦਾ ਮੈਟਰ ਸੀ, ਟੁਡੇ ਹੋਮਸ ਦਾ। ਉਹ ਸਾਰਾ ਜਿਹੜਾ ਹੈਗਾ ਵਾ, ਇਸ ਵਕਤ ਉਹ ਅਦਾਲਤਾਂ ਉਹਨਾਂ ਨੂੰ ਬਰੀ ਕਰ ਚੁੱਕੀਆਂ ਨੇ। ਮੇਰਾ ਇਹਦੇ ਨਾਲ ਕੀ ਸਰੋਕਾਰ? ਖੈਰ, ਉਹਨਾਂ ਨੇ ਉਹ ਡਾਕੂਮੈਂਟ ਛੱਡਤਾ। ਇੱਕ ਤੁਸੀਂ ਹੈਰਾਨ ਹੋਵੋਗੇ, ਇੱਕ ਨਾ ਬੀਬੀ ਜਗੀਰ ਕੌਰ ਦੇ ਖਿਲਾਫ ਲੋਕਪਾਲ ਦੇ ਕੰਪਲੇਂਟ ਚੱਲਦੀ ਆ। ਇੱਕ ਮਿੰਟ ਯਾਰ, ਗੱਲ ਕਰ ਲੈਣ ਦਿਓ ਛੋਟੇ ਵੀਰ, ਜਾਂ ਤੁਸੀਂ ਗੱਲ ਕਰ ਲਓ ਜਾਂ ਮੈਂ ਗੱਲ ਕਰ ਲੈਣਾ। ਇੱਕ ਬੀਬੀ ਜਗੀਰ ਕੌਰ ਦੇ ਖਿਲਾਫ ਲੋਕਪਾਲ ਦੇ ਕਰਪਸ਼ਨ ਦੀ ਕੰਪਲੇਂਟ ਚੱਲ ਰਹੀ ਆ 2011 ਦੀ। ਹੁਣ ਸਾਰੇ ਡਾਕੂਮੈਂਟਸ ਘਰ ਵਿੱਚ ਆਮ ਪਏ ਹੁੰਦੇ ਆ, ਮੇਰੇ ਕੋਲ ਤਾਂ ਪੁਲੰਦਿਆਂ ਦੇ ਪੁਲੰਦੇ ਪਏ ਨੇ, ਜਿਹੜੇ ਲੋਕੀ ਡਾਕੂਮੈਂਟਸ ਸਕੈਂਡਲਸ ਦੇ ਭੇਜਦੇ ਨੇ। ਉਹਦੇ ਵਿੱਚੋਂ ਇੱਕ ਕੁਝ ਡਾਕੂਮੈਂਟਸ ਕੱਢ ਕੇ, ਜਿਹੜੀ ਲੋਕਪਾਲ ਦੇ ਕੰਪਲੇਂਟ ਆ, ਬੀਬੀ ਜਗੀਰ ਕੌਰ ਨੇ ਆਪਣੇ ਨਗਰ ਪੰਚਾਇਤ ਬੇਗੋਵਾਲ ਦੀ ਬੇਸ਼ਕੀਮਤੀ 100 ਕਰੋੜ ਦੀ ਜ਼ਮੀਨ 22-23 ਏਕੜ ਆਪਣੇ ਕਬਜ਼ੇ 'ਚ ਕੀਤੀ, ਉੱਥੇ ਗੋਲਫ ਕਲੱਬ ਬਣਾਇਆ ਹੋਇਆ, ਆਪਣੇ ਦੋਤੇ ਵਾਸਤੇ ਗੋਲਫ ਕੋਰਸ ਬਣਾਇਆ ਵਾ। ਉਹਦੇ ਡਾਕੂਮੈਂਟਸ ਵਿੱਚੋਂ ਇੱਕ ਡੀਡ ਚੱਕ ਕੇ, ਮਤਲਬ ਹਾਸੋ ਹੀ ਨਹੀਂ ਗੱਲ, ਉਹ ਇੱਕ ਡੀਡ ਚੱਕ ਕੇ ਉਹ ਵੀ ਉਸ ਨੂੰ
ਜਿਹੜਾ ਸਰਚ ਤੇ ਸੀਜ਼ਰ ਦਾ ਪ੍ਰਾਪਰਟੀ ਬਣਾ ਕੇ ਉਹਨੂੰ ਵਿੱਚ ਪਾਤਾ। ਮੈਂ ਉਹਨਾਂ ਨੂੰ ਕਿਹਾ ਕਿ ਇਸ ਦਾ ਕੀ ਮਤਲਬ ਹੈ? ਉਹ ਕਹਿੰਦੇ ਜੀ ਸਾਡਾ ਕੰਮ ਹੈਗਾ ਸਰਚ ਕਰਨਾ, ਅਸੀਂ ਕੁਝ ਤਾਂ ਲੱਭਣਾ ਸੀਗਾ, ਅਸੀਂ ਉਹ ਲੱਭ ਕੇ ਡਾਕੂਮੈਂਟਸ ਜਿਹੜੇ ਨੇ ਉਹਨੂੰ ਪੰਚਨਾਮੇ ਦਾ ਪਾਰਟ ਬਣਾ ਕੇ ਅਸੀਂ ਜਿਹੜੇ ਇਨਵੈਸਟੀਗੇਟਿੰਗ ਆਫਸਰ ਹੈ ਉਹ ਫੈਸਲਾ ਕਰਨਗੇ ਇਹਦੇ ਉੱਤੇ ਕੀ ਕੀਤਾ ਜਾਵੇਗਾ। ਲਾਈਕਵਾਈਜ਼ ਇਸ ਤਰ੍ਹਾਂ ਦੀਆਂ ਚੀਜ਼ਾਂ ਜਸਟ ਟੂ ਮੇਕ ਅ ਰਿਕਾਰਡ, ਜਸਟ ਟੂ ਮੇਕ ਇਟ ਲਾਈਕ ਸੈਂਸੇਸ਼ਨਲ ਕਿ ਅਸੀਂ ਪਮਲਾ ਵਾਟਐਵਰ ਮਨੀ ਲਾਂਡਰਿੰਗ ਐਕਟ ਉਹਦੇ ਤਹਿਤ ਅਸੀਂ ਬੜੇ ਡਾਕੂਮੈਂਟਸ ਲੈ ਕੇ ਚੱਲੇ ਆ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਮਲਾ ਕੌਣ ਲੋਕ ਕਰਦੇ ਨੇ? ਮਨੀ ਲਾਂਡਰਰਸ, ਜਿਨ੍ਹਾਂ ਕੋਲ ਕਾਲਾ ਧਨ ਆ, ਜਿਹੜੇ ਓਵਰਸੀਜ਼ ਆਫਸ਼ੋਰ ਅਕਾਊਂਟਸ ਬਣਾਉਂਦੇ ਨੇ, ਇੱਥੋਂ ਕਾਲਾ ਮਨੀ ਪੈਸਾ ਭੇਜਦੇ ਨੇ ਘੁਮਾ ਕੇ ਦੇਸ਼ਾਂ 'ਚੋਂ ਵਿਦੇਸ਼ਾਂ 'ਚੋਂ ਚਿੱਟਾ ਕਰਦੇ ਨੇ। ਜਿਹੜੇ ਲੋਕ 1000 2000 5000 10,000 ਕਰੋੜ ਦੇ ਮਨੀ ਲਾਂਡਰਿੰਗ ਕਰਦੇ ਉਹਨਾਂ ਨੂੰ ਤਾਂ ਛੇੜਦੇ ਨਹੀਂ ਗਏ ਇਹ। ਜਿਹੜੇ ਸਾਡੇ ਵਰਗੇ ਪਹਿਲਾਂ ਹੀ ਕਰਜ਼ਈ ਨੇ ਲੋਕ, ਲਾਈਕ ਮੈਂ ਸਵੇਰੇ ਵੀ ਕਿਹਾ ਸੀਗਾ ਆਣ ਕੇ ਬਾਹਰ ਕਿ ਦੇਖੋ ਨੋਰਮਲ ਆਪਣੇ ਘਰ ਦੀਆਂ ਗੱਲਾਂ ਕੋਈ ਦੱਸਦਾ ਨਹੀਂ ਹੁੰਦਾ, ਪਰ ਮਨੀ ਲਾਂਡਰਰ ਤਾਂ ਉਹ ਹੁੰਦਾ ਜਿਹਦੇ ਕੋਲ ਘੱਟੋ ਘੱਟ 500 700 200 400 ਕਰੋੜ ਰੁਪਇਆ ਹੋਵੇ। ਮੈਂ ਤਾਂ ਉਲਟਾ 2.5 ਕਰੋੜ ਦਾ ਕਰਜ਼ਈ ਆ। ਮੈਂ ਆਪਣੇ ਜ਼ਮੀਨ ਦੇ ਅਗੇਂਸਟ ਪਲੇਜ ਕਰਕੇ ਆਪਣੀ ਪ੍ਰਾਪਰਟੀ ਮੈਂ ਐਗਰੀਕਲਚਰ ਲਿਮਿਟਸ ਬਣਾਈਆਂ ਹੋਈਆਂ ਨੇ। ਔਰ ਮਾਈਂਡ ਯੂ ਜਦੋਂ 2 ਕਰੋੜ ਰੁਪਇਆ 2.5 ਕਰੋੜ ਦਾ 10% ਦੇ ਨਾਲ ਵਿਆਜ ਆ, ਮੈਨੂੰ 20-25 ਲੱਖ ਰੁਪਇਆ ਉਹਨਾਂ ਬੈਂਕਾਂ ਨੂੰ, ਸਰਕਾਰੀ ਬੈਂਕ ਨੇ ਉਹਨਾਂ ਨੂੰ ਵਿਆਜ ਭਰਨਾ ਪੈਂਦਾ ਵਾ। ਉਹ ਮੈਂ ਕਦੀ ਵਿਆਜ ਆਪਣੀ ਆਮਦਨ 'ਚੋਂ ਨਹੀਂ ਵੀ ਭਰ ਪਾਉਂਦਾ ਤਾਂ ਮੈਨੂੰ ਕਦੀ ਮੇਰੇ ਰਿਸ਼ਤੇਦਾਰ ਕਰੀਬੀ, ਜਿੱਦਾਂ ਮੇਰੇ ਬੇਟੇ, ਮੇਰੇ ਸਨ ਇਨ ਲਾਅ ਨੇ ਪੈਸਾ ਮੈਨੂੰ ਲੋਨ ਐਡਵਾਂਸ ਕਰਤਾ, ਕੋਈ ਅੱਛੇ ਦੋਸਤ, ਕਦੀ ਮੈਨੂੰ ਲੋੜ ਪੈਂਦੀ ਮੈਂ ਉਹ ਵਿਆਜ ਭਰਦਾ ਵਾਂ। ਮੇਰਾ 2.5 ਕਰੋੜ ਉਸੇ ਤਰ੍ਹਾਂ ਨਾਲ ਲਿਮਿਟਸ ਦਾ ਖੜਾ ਵਾ। ਨਾਓ ਯੂ ਟੈਲ ਮੀ ਵਨ ਥਿੰਗ, ਵਾਟ ਰੋਂਗ ਹੈਵ ਆਈ ਡਨ ਇਨ ਦਿਸ ਕੰਟਰੀ? ਸਿਰਫ ਆਪਣੀ ਆਵਾਜ਼ ਉਠਾਉਣਾ, ਸਿਰਫ ਸਰਕਾਰ ਦੇ ਖਿਲਾਫ ਬੋਲਣਾ, ਸਿਰਫ ਕਿਸਾਨਾਂ ਦੇ ਹੱਕ ਵਿੱਚ ਬੋਲਣਾ, ਕਿ ਸਿਰਫ ਪੰਜਾਬ ਦੇ ਨੌਜਵਾਨਾਂ ਦੀ ਹਿਫਾਜ਼ਤ ਕਰਨਾ, ਜਾਂ ਜਿਹੜੀਆਂ ਬਰੂਟੈਲਿਟੀਜ਼ ਹੋ ਰਹੀਆਂ, ਜੋ ਪੁਲਿਸ ਟੌਰਚਰ ਹੋ ਰਿਹਾ ਉਹਦੇ ਖਿਲਾਫ ਬੋਲਣਾ, ਇਹ ਗੁਨਾਹ ਹੈ ਯਾਰ ਇਸ ਦੇਸ਼ ਦੇ ਵਿੱਚ। ਇਹਦਾ ਮਤਲਬ ਅੱਜ ਸਾਡਾ ਜਿਹੜਾ ਮੌਲਿਕ ਅਧਿਕਾਰ ਹੈ, ਫੰਡਾਮੈਂਟਲ ਰਾਈਟ ਹੈ, freedom to speech and freedom to expression, that is absolutely being snatched away by this government. And not only mine, like I told you before, this right of thousands and thousands of people has been taken away and their voices are being gagged. ਖੈਰਾ ਸਾਹਿਬ ਜਿਹੜੀ ਰੇਡ ਹੈ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਚਾਹੁੰਦਾ ਸੀ ਜੋ ਅੱਜ ਇੱਥੇ ਰੇਡ ਵਿੱਚ ਵਾਪਰਿਆ। ਹੁਣ ਤੁਸੀਂ ਕਿਹੜੀ ਲੋਕੇਸ਼ਨ ਦੇ ਉੱਤੇ ਜਿਹੜੀਆਂ ਰੇਡ ਹੋਈਆਂ ਉੱਥੋਂ ਦੀ ਇਹਨਾਂ ਦੇ ਵੱਲੋਂ ਕੀ ਕੁਝ ਜਿਹੜਾ ਹੈਗਾ ਕਿੱਥੇ ਰੇਡ ਹੋਈ ਹੈ? ਇੱਕ ਜੋ ਸਾਡੇ ਦਾ ਫੋਨਸ ਉਹਨਾਂ ਨੇ ਸਵੇਰ ਦੇ ਆਪਣੇ ਕੋਲ ਲਏ ਨੇ, ਸਾਡੇ ਫੋਨ ਵੀ ਸੀਜ਼ ਕਰਕੇ ਲੈ ਗਏ ਨੇ। ਮੈਂ ਕਿਹਾ ਲੈ ਜਾਓ, ਸਾਨੂੰ ਕੋਈ ਇਤਰਾਜ਼ ਨਹੀਂਗਾ। ਉਹ ਮੈਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਇਹਨਾਂ ਦੇ ਕੋਲੋਂ ਮਿਲਦੀ ਆ। ਇੱਕ ਮੇਰੇ ਸਨ ਇਨ ਲਾਅ ਦੇ ਜਿਹੜੇ ਰੈਜ਼ੀਡੈਂਸ਼ੀਅਲ ਪ੍ਰੈਮਿਸਿਸ ਸੀਗੇ ਦਿੱਲੀ ਦੇ ਵਿੱਚ, ਉਹ ਕੁਝ ਗਲਤ ਕੰਮ ਨਹੀਂ ਕਰਦੇ। ਇੱਕ ਚੀਜ਼, ਇੱਕ ਪੈਸਾ, ਲੈਟ ਮੀ ਰੀਇਟਰੇਟ, is in absolute in the books of his income tax returns, and by the way he's habitual ਕਿ ਹਰ ਐਂਟਰੀ ਕੋਈ 10,000 ਦੀ ਵੀ ਉਹਨੇ ਪੇਮੈਂਟ ਕਰਨੀ ਉਹ ਬਾਈ ਚੈੱਕ ਕਰਦਾ ਵਾ। ਇਸ ਲਈ ਗੁੱਡ, ਐਂਡ ਵੀ ਆਰ ਵੈਰੀ ਵਾਟ ਸ਼ੁਡ ਆਈ ਸੇ ਕਿ ਅਸੀਂ ਬੜੇ ਮਾਣ ਨਾਲ ਦਾਅਵੇ ਨਾਲ ਕਹਿ ਸਕਦੇ ਕਿ ਉਹਦਾ ਕੋਈ ਵੀ ਕਾਰੋਬਾਰ ਗਲਤ ਨਹੀਂ। ਹੋ ਸਕਦਾ ਉਹਨੂੰ ਮੇਰੇ ਕਰਕੇ, ਕਿਉਂਕਿ ਮੈਂ ਸਰਕਾਰ ਦੇ ਖਿਲਾਫ ਬੋਲਦਾ, ਉਹਨੂੰ ਵੀ ਟਾਰਗੇਟ ਕੀਤਾ ਗਿਆ। ਇੱਕ ਰੇਡ ਮੇਰੇ ਪਿੰਡ ਦੇ ਰੈਜ਼ੀਡੈਂਸ਼ੀਅਲ ਜਿਹੜਾ ਸਾਡਾ ਰਾਮਗੜ੍ਹ ਦਾ ਜੱਦੀ ਘਰ ਹੈਗਾ, ਇੱਕ ਉੱਥੇ ਕੀਤਾ ਵਾ। ਬਾਕੀ ਰੇਡ ਜਿਹੜੇ ਪੰਜਾਬ 'ਚ ਮੈਨੂੰ ਉਹਦੇ ਨਾਲ ਕੋਈ ਸਰੋਕਾਰ ਨਹੀਂ। ਪੀਏ ਨੂੰ ਵੀ ਉਹਦੇ ਘਰ ਵੀ ਗਏ ਹੈਗੇ ਨੇ, ਮਨੀਸ਼ ਜਿਹੜੇ ਹੈਗੇ ਨੇ ਚਲੇ ਗਏ ਹੋਣਗੇ। ਉਹ ਪੀਏ ਦਾ ਜਿੱਦਾਂ ਡਾਕੂਮੈਂਟਸ ਉਹਦੇ ਫੋਨ ਸੀਜ਼ ਕਰ ਲਿਆ, ਜਾਂ ਸਾਡੇ ਜਿਹੜੇ ਸਟਾਫ ਉੱਤੇ ਕੁੱਕ ਸੀਗਾ ਉਹਦਾ ਫੋਨ ਰਖਾ ਲਿਆ। ਇੱਥੇ ਸਾਡੇ ਜਿੰਨੇ ਰੋਟੀ ਪਕਾਉਣ ਵਾਲੇ ਜਿਹੜੇ ਵਿਚਾਰੇ ਸਾਡੀ ਸੇਵਾ ਕਰਦੇ ਨੇ ਜਾਂ ਜਿਹੜੇ ਸਫਾਈ ਕਰਦੇ ਨੇ ਉਹਨਾਂ ਦੇ ਫੋਨ ਰਖਾ ਲਏ। ਇੱਥੋਂ ਤੱਕ ਕਿ ਮੇਰੀ ਡਾਟਰ ਇਨ ਲਾਅ, ਸ਼ੀ ਇਜ਼ ਅ ਲੰਡਨ ਸਕੂਲ ਆਫ ਇਕਨੋਮਿਕਸ ਦੀ ਪੜ੍ਹੀ ਹੋਈ ਲੜਕੀ ਆ, ਔਰ ਉਹਨੇ ਬਹੁਤ ਵੱਡਾ ਡਾਟਾ ਉਹਦੇ ਕੋਲ ਸੀ। ਉਹਨੇ ਸਾਈਕੋਲੋਜੀ ਕਾਉਂਸਲਿੰਗ ਕਰਦੀ ਬੱਚਿਆਂ ਦੀ, ਔਰ ਉਹਨੇ ਬਹੁਤ ਇੰਪੋਰਟੈਂਟ ਸਟੋਰ ਸੀ। ਅਸੀਂ ਉਹਨਾਂ ਨੂੰ ਕਿਹਾ ਘੱਟੋ ਘੱਟ ਇਹਦਾ ਫੋਨ ਤਾਂ ਦੇ ਜਾਓ, ਇਹਦਾ ਦਾ ਨਾ ਕੋਈ ਇਸ ਲੈਣਾ ਨਾ ਕੋਈ ਦੇਣਾ। ਮੇਰੇ ਉਹਦਾ ਵੀ ਫੋਨ ਲੈ ਗਏ, ਮੇਰੇ ਬੇਟੇ ਦਾ ਵੀ ਫੋਨ ਲੈ ਗਏ, ਮੇਰੇ ਬੇਟੇ ਦੇ ਲੈਪਟਾਪਸ ਲੈ ਗਏ, ਮੇਰੇ ਵਾਈਫ ਦਾ ਫੋਨ ਲੈ ਗਏ। ਮਤਲਬ ਵਾਟ ਇਜ਼ ਆਲ ਦਿਸ ਗੋਇੰਗ ਔਨ? ਇਜ਼ ਦਿਸ ਦ ਵੇ ਦੈਟ ਜਿਹੜੀ ਅਸੈਂਬਲੀ ਨੇ ਤੁਹਾਡੇ ਨਾਲ ਸਟੈਂਡ ਕੀਤਾ ਉਹਨਾਂ ਵੀ ਦੇਖਦੇ ਹੈਗੇ। ਜਿਹੜਾ ਵਿਧਾਨ ਸਭਾ 'ਚ ਲੋਕਾਂ ਨੇ ਮੇਰੇ ਖਿਲਾਫ, ਮੇਰੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਮੇਰੇ ਹੱਕ ਵਿੱਚ ਬੋਲ ਰਹੇ ਨੇ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਰਿਣੀ ਆ। ਔਰ ਸਭ ਤੋਂ ਜ਼ਿਆਦਾ ਮੈਂ ਰਿਣੀ ਉਸ ਵਾਹਿਗੁਰੂ ਦਾ। ਮੈਂ ਤੁਹਾਨੂੰ ਦੁਬਾਰਾ ਕਹਿਣਾ ਚਾਹੁੰਦਾ, ਡਰ ਭੈ ਉਸ ਬੰਦੇ ਨੂੰ ਹੁੰਦਾ ਜਿਹੜਾ ਚੋਰ ਹੋਵੇ। ਆਈ ਹੈਵ ਡਨ ਨਥਿੰਗ ਰੋਂਗ ਇਨ ਮਾਈ ਲਾਈਫ। ਔਰ ਮੇਰੇ ਨੂੰ, ਮੈਂ ਜਿੱਦਾਂ ਪਹਿਲਾਂ ਤੁਹਾਨੂੰ ਕਿਹਾ ਕਿ ਮੇਰੇ ਤੇ ਪਹਿਲਾਂ ਮੁਕੱਦਮੇ, ਫਿਰ ਮੇਰੇ ਤੇ ਡਰੱਗਸ ਦਾ ਮਨਘੜਤ ਮੁਕੱਦਮਾ, ਬਹੁਤ ਮੇਰੇ ਵਿਰੋਧੀ ਜਿਹੜੇ ਕਲਪੇ, ਬੋਲੇ, ਝੂਠ, ਸੱਚ ਲਿਖਿਆ, ਫਰਾਡ। ਬਟ ਲੈਟ ਮੀ ਟੈਲ ਯੂ, ਟਿਲ ਡੇਟ ਆਈ ਐਮ ਇਨ ਪੋਲੀਟਿਕਸ ਸਿੰਸ 1997, ਇਲੈਕਟੋਰਲ ਪੋਲੀਟਿਕਸ। ਇਟ ਮੇਕਸ ਇਟ ਆਲਮੋਸਟ 24 ਈਅਰਸ। ਇੱਕ ਵੀ ਆਦਮੀ, ਇੱਕ ਵੀ ਕੋਈ ਗੁਨਾਹ ਮੇਰੇ ਖਿਲਾਫ, ਇਲਜ਼ਾਮ ਲਾਉਣਾ ਤਾਂ ਬਹੁਤ ਸੌਖਾ, ਇਲਜ਼ਾਮ ਲਾ ਕੇ ਭੱਜੋ, ਇੱਕ ਇਲਜ਼ਾਮ ਸਾਬਤ ਨਹੀਂ ਕਰ ਸਕਿਆ। ਇੱਕ ਵੀ ਕੋਈ
50,000 ਰੁਪਏ ਦਾ ਅਕਸਰ ਪੋਲਿਟਿਕਸ ਵਿੱਚ ਇੰਨੇ ਇਲਜ਼ਾਮ ਲੱਗਦੇ ਨੇ। ਮੈਂ ਆਪਣੇ ਹਲਕਾ ਭਲੱਥ ਵਿੱਚ ਅੱਧੀ ਸਦੀ ਦਾ ਅਸੀਂ ਵਿਚਰ ਰਹੇ ਹਾਂ। ਹਲਕਾ ਭਲੱਥ ਵਿੱਚ ਮੇਰੇ ਪਿਤਾ ਜੀ ਤੋਂ ਬਾਅਦ 50 years of political life in my father's and mine, ਇੱਕ ਵੀ ਆਦਮੀ ਆਣ ਕੇ ਕੋਈ ਕਹਿੰਦਾ ਵਾ ਕਿ ਸਾਡੇ ਨਾਲ ਇਹਨੇ ਧੋਖਾ ਕੀਤਾ, ਠੱਗੀ ਮਾਰੀ ਆ, ਕੋਈ ਬੇਈਮਾਨੀ ਕੀਤੀ? ਨੈਵਰ ਐਵਰ, ਬਿਕੋਜ਼ ਆਈ ਹੈਵ ਨਾਟ ਬੀਨ ਟੌਟ ਟੂ ਡੂ ਆਲ ਦਿਸ। ਖਹਿਰਾ ਸਾਹਿਬ ਤੁਹਾਨੂੰ ਕੁਝ ਕਹਿ ਕੇ ਵੀ ਗਏ ਹੋਣੇ ਆ ਈਡੀ ਵਾਲੇ ਵੀ, ਹਾਂ ਇਸ ਦਿਨ ਤੁਸੀਂ ਸਾਡੇ ਆਫਿਸ ਆਓ ਜਾਂ ਐਸੀ? ਨਹੀਂ, ਮੈਨੂੰ ਉਹਨਾਂ ਨੇ ਸਾਨੂੰ ਇੱਕ ਟਾਈਮ ਲਿਮਿਟ ਦਿੱਤਾ ਹੋਣਾ? ਸਾਨੂੰ ਇੱਕ ਪੰਚਨਾਮਾ ਜਿਹੜੀ ਡਿਟੇਲਸ ਆਫ ਰਿਕਵਰੀ ਆ ਉਹ ਦੇ ਕੇ ਗਏ ਨੇ। ਲੈਟ ਮੀ ਪੁੱਟ ਇਨ ਅ ਵਰਡ, ਉਹਨਾਂ ਦੀ ਜਿਹੜੀ ਇੱਕ ਲੇਡੀ ਹੈਡ ਸੀਗੀ, ਪ੍ਰੋਬੇਬਲੀ ਉਹਦਾ ਨਾਮ ਡਿਪਟੀ ਡਾਇਰੈਕਟਰ ਨੇਹਾ ਯਾਦਵ ਸੀ, ਡਿਪਟੀ ਡਾਇਰੈਕਟਰ ਇਨਫੋਰਸਮੈਂਟ ਡਾਇਰੈਕਟਰੇਟ, ਔਰ ਉਹਦੇ ਥੱਲੇ 3-4 ਅਸਿਸਟੈਂਟ ਡਾਇਰੈਕਟਰ ਸੀਗੇ, ਜਿਨ੍ਹਾਂ ਦਾ ਇੱਕ ਦਾ ਨਾਮ ਮੈਨੂੰ ਚੇਤੇ ਆ, ਸ਼ਾਇਦ ਮੀਨਾ ਸੀ ਜਾਂ ਦੂਜੇ ਦਾ ਸੁਧੀਰ ਸੀਗਾ। ਉਹਨਾਂ ਨੇ ਸਾਡੇ ਨਾਲ ਬਿਲਕੁਲ ਤਮੀਜ਼ ਨਾਲ ਪੇਸ਼ ਆਏ ਨੇ। ਸਾਡੀਆਂ ਔਰਤਾਂ ਸੀ ਅੰਦਰ, ਉਹਨਾਂ ਨੇ ਕਿਸੇ ਨਾਲ ਮਿਸਬਿਹੇਵ ਨਹੀਂ ਕੀਤਾ। ਉਹਨਾਂ ਨੇ ਆਪਣੀ ਸਰਚ, ਅਸੀਂ ਉਹਨਾਂ ਨੂੰ ਕੋਆਪਰੇਟ ਕੀਤਾ। ਅਸੀਂ ਕਿਹਾ ਜੋ ਤੁਹਾਨੂੰ ਲੱਭਦਾ, ਉਹ ਸਾਨੂੰ ਇਹ ਕਹਿ ਕੇ ਗਏ ਨੇ ਕਿ ਅਸੀਂ ਤਾਂ ਸਿਰਫ ਸਰਚ ਪਾਰਟੀ ਹਾਂ, ਅਸੀਂ ਜਿਹੜੇ ਡਾਕੂਮੈਂਟਸ ਤੁਹਾਨੂੰ ਲੱਭੇ ਨੇ ਉਹ ਅਸੀਂ ਜਿਹੜੇ ਹੈਗੇ ਨੇ ਦਿੱਲੀ, ਜਿਹੜਾ ਇਹਨਾਂ ਦਾ ਕੋਈ ਹੈੱਡ ਆਫਿਸ ਆ, ਅਸੀਂ ਉੱਥੇ ਭੇਜ ਦੇਣੇ ਆ। ਤੇ ਅਲਟੀਮੇਟਲੀ ਅਗਰ ਤੁਹਾਨੂੰ ਨੋਟਿਸ, ਉਹ ਸਮਝਣਗੇ ਕਿ ਨੋਟਿਸ ਇਸ਼ੂ ਕਰਨ ਯੋਗ ਹੈ ਕੇਸ, ਤੇ ਫਿਰ ਤੁਹਾਨੂੰ ਬੁਲਾਉਣਗੇ ਉਹ। ਔਰ ਲੈਟ ਮੀ ਮੇਕ ਇਟ ਕਲੀਅਰ, ਅਦਰ ਦੈਨ ਡਾਕੂਮੈਂਟਸ, ਅਦਰ ਦੈਨ ਫੋਨਸ, ਮੇਰੇ ਘਰ 'ਚੋਂ ਕੋਈ ਸੋਨਾ, ਕੋਈ ਕੈਸ਼, ਅਕਸਰ ਜਿਵੇਂ ਮਨੀ ਲਾਂਡਰਰ ਹਾਂ ਤੇ ਕੋਈ 10, 20, 50 ਲੱਖ ਕਰੋੜ ਰੁਪਇਆ ਤਾਂ ਕੈਸ਼ ਮੇਰੇ ਘਰ 'ਚ ਹੋਣਾ ਚਾਹੀਦਾ ਸੀ ਨਾ। ਇੱਕ ਨਵਾਂ ਪੈਸਾ ਨਹੀਂ ਸੀਜ਼ ਕਰਕੇ ਗਏ, ਇੱਕ ਨਵਾਂ ਪੈਸਾ, ਇੱਕ ਵੀ ਤੋਲਾ ਸੋਨੇ ਦਾ ਨਹੀਂ, ਇੱਕ ਵੀ ਕੋਈ ਹੋਰ ਇਨਕ੍ਰਿਮੀਨੇਟਿੰਗ ਐਨੀ ਪ੍ਰੋਪਰਟੀ, ਐਨੀ ਡਰੱਗਸ, ਐਨੀ ਰੋਂਗ ਥਿੰਗ, ਨਾਟ ਅ ਆਈਟਾ ਆਫ ਥਿੰਗ ਫਾਊਂਡ ਇਨ ਮਾਈ ਹਾਊਸ। ਸੋ ਮੈਨੂੰ ਇਸ ਗੱਲ ਦਾ ਫਖਰ ਹੈ। ਸਤਪਾਲ ਜੀ ਕਹਿ ਰਹੇ ਨੇ ਕਿ ਤੁਹਾਨੂੰ 1 ਸਾਲ ਪਹਿਲਾਂ ਬੀਜੇਪੀ ਨੇ ਆਫਰ ਕੀਤੀ, ਸ਼ਾਇਦ ਉਹਦੀ ਸਜ਼ਾ ਕੁਝ ਹੈ? ਨਹੀਂ, ਮੈਂ ਇਦਾਂ ਨਹੀਂ ਇਲਜ਼ਾਮ ਲਾਉਂਗਾ, ਪਰ ਇੱਕ ਗੱਲ ਜ਼ਰੂਰ ਹੈ ਕਿ ਇਹਦੇ 'ਚੋਂ ਬਦਲਾਖੋਰੀ ਦੀ ਬੂ ਤਾਂ ਆਉਂਦੀ ਆ। ਹੋਰ ਮੇਰਾ ਕੀ ਗੁਨਾਹ ਵਾ ਦੱਸੋ? ਮੈਂ ਕਿਸੇ ਵਿਦੇਸ਼ਾਂ ਬੈਂਕਾਂ ਵਿੱਚ ਮੇਰੇ ਅਕਾਊਂਟ, ਹੁਣ ਸਾਰੇ ਪੋਲੀਟੀਕਲ ਬੰਦਿਆਂ ਦੇ ਨੇ, ਮਾਫ ਕਰਨਾ, ਮੈਂ ਹੁਣ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਤੁਸੀਂ ਬੜੀ ਅੱਛੀ ਤਰ੍ਹਾਂ ਸਮਝਦੇ ਹੋ। ਸਾਰਿਆਂ ਦੇ ਵਿਦੇਸ਼ੀ ਬੈਂਕਾਂ ਦੇ ਵਿੱਚ ਬਹੁਤ ਵੱਡੇ ਵੱਡੇ ਖਾਤੇ ਨੇ, ਸਾਰਿਆਂ ਦੇ ਵਿਦੇਸ਼ਾਂ ਵਿੱਚ ਬਹੁਤ ਵੱਡੇ ਟਰੱਕ ਪਾਰਕਿੰਗ ਲੋਟਸ ਨੇ, ਬਹੁਤ ਵੱਡੇ ਗੈਸ ਸਟੇਸ਼ਨਸ ਨੇ। ਅਸੀਂ ਇਦਾਂ ਦਾ ਕਦੀ ਕੰਮ ਜ਼ਿੰਦਗੀ 'ਚ ਨਹੀਂ ਕੀਤਾ। ਐਂਡ ਮੈਂ ਖੁਸ਼ ਹਾਂ ਜਿੰਨੀ ਮੈਨੂੰ ਰੋਟੀ ਮਿਲਦੀ, ਚਾਹੇ ਭਾਵੇਂ ਉਹ ਘੱਟ ਮਿਲਦੀ ਆ, ਔਰ ਜਿੰਨੀ ਮੈਨੂੰ ਆਪਣੀ ਜ਼ਿੰਦਗੀ, ਜਿਹਨੂੰ ਮੇਰੇ ਪਰਿਵਾਰ ਨੂੰ ਜਿੰਨੀ ਆਪਣੀ ਜ਼ਿੰਦਗੀ ਬਸਰ ਕਰਨ ਲਈ ਬਾਇਜ਼ਤ ਪੈਸੇ ਚਾਹੀਦੇ ਨੇ, ਉਹ ਸਾਨੂੰ ਉਹ ਪ੍ਰਮਾਤਮਾ ਦੇ ਹੀ ਜਾਂਦਾ। ਵੱਧ ਘੱਟ ਜ਼ਿੰਦਗੀ ਵਿੱਚ ਅਪ ਡਾਊਨ ਤਾਂ ਹੁੰਦੇ ਆ, ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਗੱਲਾਂ ਤੋਂ ਅਸੀਂ ਕੋਈ ਘਬਰਾਉਣ ਵਾਲੇ ਨਹੀਂ, ਡਰਨ ਵਾਲੇ ਨਹੀਂ। ਹਾਂਜੀ, ਕਿਸਾਨ ਅੰਦੋਲਨ ਨੂੰ ਲੈ ਕੇ ਵਿਦੇਸ਼ੀ ਫੰਡਿੰਗ ਜਿਹੜੀ ਹੋ ਰਹੀ ਹੈ, ਉਸ ਨੂੰ ਲੈ ਕੇ ਤੁਹਾਨੂੰ ਸਵਾਲ ਜਵਾਬ ਪੁੱਛੇ ਜਾਂਦੇ? ਮੈਨੂੰ ਨਹੀਂ ਪੁੱਛਿਆ ਜੀ। ਬੈਂਕ ਅਕਾਊਂਟਸ ਉਹਨਾਂ ਨੇ ਮੈਨੂੰ ਪੁੱਛੇ, ਜਿੰਨੇ ਮੇਰੇ ਫੈਮਿਲੀ ਦੇ ਮੇਰੇ ਬੈਂਕ ਅਕਾਊਂਟ ਸਾਰੇ, ਅਸੀਂ ਉਹਨਾਂ ਨੂੰ ਡਿਟੇਲਸ ਦਿੱਤੀਆਂ। ਔਰ ਤੁਸੀਂ ਹੈਰਾਨ ਹੋਵੋਗੇ, ਅੱਜ ਦੀ ਡੇਟ ਵਿੱਚ ਮੇਰੇ ਕੁਝ ਬੈਂਕਾਂ ਵਿੱਚ 2000 ਰੁਪਈਆ ਵਾ, ਕਿਉਂਕਿ ਮੈਨੂੰ ਤਨਖਾਹ ਨਹੀਂ ਮਿਲੀ ਹਲੇ MLA ਦੀ। ਕੁਝ ਬੈਂਕਾਂ ਦੇ ਵਿੱਚ ਮੇਰੇ ਕੋਲ ਚਲੋ 20-25 ਹਜ਼ਾਰ ਰੁਪਇਆ ਹੋਊਗਾ। ਦੈਟ ਇਜ਼ ਆਲ ਆਈ ਹੈਵ। ਠੀਕ ਹੈ, ਇਸ ਕਰਕੇ ਕਿਉਂਕਿ ਮੈਂ ਗਲਤ ਕੰਮ, ਮੈਂ ਦੁਬਾਰਾ ਰੀਟਰੇਟ ਕਰਦਾ, ਮਨੀ ਲਾਂਡਰਿੰਗ ਪਮਲਾ ਲਾਉਣਾ ਵਾ ਤਾਂ ਉਹਨਾਂ ਨੂੰ ਲਓ ਜਿਹੜੇ ਤੁਹਾਡੇ ਦੇਸ਼ ਨੂੰ ਲੁੱਟ ਰਹੇ ਨੇ ਦੋਨਾਂ ਹੱਥਾਂ ਦੇ ਨਾਲ, ਔਰ ਸ਼ਰੇਆਮ ਲੁੱਟ ਰਹੇ ਨੇ, ਉਹਨਾਂ ਵਾਸਤੇ ਬਣਾਓ ਮਨੀ ਲਾਂਡਰਿੰਗ। ਆ ਜਿਹੜਾ ਅੱਜ ਉਹਨਾਂ ਨੇ ਕੰਮ ਕੀਤਾ ਨਾ, ਇਹ ਤਾਂ ਕਿਸੇ ਇਨਕਮ ਟੈਕਸ ਦੇ ਛੋਟੇ ਜਿਹੇ ਇੰਸਪੈਕਟਰ ਨੂੰ ਮੇਰੇ ਕੋਲ ਭੇਜ ਦਿੰਦੇ, ਮੈਂ ਸਾਰੀ ਡਿਟੇਲਸ ਦੇ ਦੇਣੀ ਸੀ। ਆਈ ਥਿੰਕ ਦੇ ਓਨਲੀ ਵਾਂਟਡ ਟੂ ਕ੍ਰੀਏਟ ਅ ਸੈਂਸੇਸ਼ਨ। ਕੁਝ ਮੁਹਿੰਮਾਂ ਸ਼ੁਰੂ ਕੀਤੀਆਂ ਸੀ ਤੁਸੀਂ, ਉਹਦੇ ਤਹਿਤ ਤੁਹਾਡੇ ਖਾਤਿਆਂ 'ਚ ਪੈਸੇ ਆਏ, ਇਸੇ ਕਰਕੇ ਹੀ ਰੇਡ ਕੀਤੀ ਗਈ ਹੈ? ਸ਼ੱਕੀ ਵਿਅਕਤੀਆਂ ਦੇ ਟ੍ਰਾਂਜੈਕਸ਼ਨਾਂ ਹੋਈਆਂ ਇਦਾਂ? ਕਿਹੜੀਆਂ ਮੁਹਿੰਮਾਂ ਜੀ? ਮੈਨੂੰ ਕੁਝ ਵਿਦੇਸ਼ਾਂ ਚੋਂ ਜਾਂ ਕੁਝ ਚੰਗੇ ਸੱਜਣ ਕਹਿੰਦੇ ਨੇ ਕਿ ਫਲਾਣੇ ਕਿਸਾਨ ਨੇ ਆਤਮ ਹੱਤਿਆ ਕਰ ਲਈ ਆ, ਉਹਦੀ ਮਦਦ ਕਰ ਦਿਓ। ਮੈਂ ਉਹ ਜਾ ਕੇ ਉਹਨਾਂ ਦੀ ਉੱਥੇ ਮਦਦ ਕਰ ਰਿਹਾ ਉਹਨਾਂ ਵਾ। ਮੇਰੇ ਅਕਾਊਂਟਾਂ ਵਿੱਚ ਮੈਂ ਤੁਹਾਨੂੰ ਕਹੀ ਤਾਂ ਜਾਣਾ, ਤੁਸੀਂ ਐਂ ਕਰੋ, ਕੱਲ ਮੇਰੇ ਕੋਲ ਸਟੇਟਮੈਂਟ ਲੈ ਲਿਓ। ਮੇਰੇ ਇੱਕ ਅਕਾਊਂਟ 'ਚ ਅੱਜ ਵੀ ਸ਼ਾਇਦ 2500 ਰੁਪਇਆ ਵਾ, ਇੱਕ 'ਚ 16, 17, 18, 20, 25000 ਰੁਪਇਆ। ਡਜ਼ ਦੈਟ ਮੇਕ ਮਨੀ ਲਾਂਡਰਿੰਗ? ਡਜ਼ ਇਟ ਮੇਕ ਬਲੈਕ ਮਨੀ ਟੂ ਯੂ? ਸੋ ਦੇਅਰਫੋਰ ਇਟਸ ਆਲ ਫਾਰਸ। ਖਹਿਰਾ ਸਾਹਿਬ, ਬੀਜੇਪੀ ਵੱਲੋਂ ਤੁਹਾਨੂੰ ਆਫਰ ਆਈ ਕਿ ਬੀਜੇਪੀ ਤੁਸੀਂ ਜੁਆਇਨ ਹੋ? ਨਹੀਂ, ਮੈਨੂੰ ਨਹੀਂ ਕਦੀ ਆਫਰ, ਐਵੇਂ ਜੋ ਮਰਜ਼ੀ ਗੱਲਾਂ ਕਹੇ ਜੋ ਐ ਦਾ। ਹਾਂਜੀ, ਨਹੀਂ, ਮੇਰੀ ਗੱਲ ਸੁਣੋ ਇੱਕ ਮਿੰਟ ਲਈ। ਇਸ ਤਰ੍ਹਾਂ ਦੀਆਂ ਅਫਵਾਹਾਂ, ਇਸ ਤਰ੍ਹਾਂ ਦੀਆਂ ਗੱਲਾਂ ਪੋਲੀਟੀਕਲ ਸਰਕਲਸ ਵਿੱਚ ਹਵਾ ਦੇ ਵਿੱਚ ਉੱਡਦੀਆਂ ਹੀ ਰਹਿੰਦੀਆਂ ਨੇ, ਔਰ ਮੇਰੇ ਵਰਗੇ ਆਦਮੀ ਨਹੀਂ। ਉਹਨਾਂ ਦੇਖੋ, ਮੇਰੇ ਅਗਰ ਕਮਾਲੂ ਸਾਹਿਬ ਨੇ ਕਿਹਾ ਜਨਰਲੀ 2019 'ਚ ਜਨਰਲੀ ਡਿਸਕਸ਼ਨਸ ਕੀ ਸੀਗੀਆਂ ਕਿ ਬੀਜੇਪੀ ਬੜੇ ਵੱਡੇ ਤਰੀਕੇ ਨਾਲ ਪੰਜਾਬ ਵਿੱਚ ਆ ਰਹੀ, ਉਹ ਸਿੱਖ ਚਿਹਰੇ ਲੱਭ ਰਹੇ ਨੇ, ਉਹ ਸਿੱਖ ਆਗੂਆਂ ਨੂੰ ਲੱਭ ਰਹੇ ਨੇ। ਇਸੇ ਨੂੰ ਆਪਾਂ ਕੰਸਟਰੂ ਕਰ ਲੈਂਦੇ ਕਿ ਫਲਾਣੇ ਨਾਲ ਵੀ। ਮੇਰੇ ਨਾਲ ਕੋਈ ਫਾਰਮਲ ਕਿਸੇ ਤਰ੍ਹਾਂ ਦੀ ਕੋਈ ਗੱਲ ਉਹਨਾਂ ਨੇ ਮੇਰੇ ਨਾਲ ਨਹੀਂ ਕੀਤੀ, ਨਾ ਮੈਂ ਕਦੀ ਬੀਜੇਪੀ ਵਿੱਚ ਜਾਵਾਂ, ਕਿਉਂਕਿ ਸਾਡੀ ਵਿਚਾਰਧਾਰਾ ਦਾ ਬਹੁਤ ਭਾਰੀ ਅੰਤਰ ਆ। ਅਸੀਂ ਆਪਣੇ ਸੂਬੇ ਤੇ ਆਪਣੀ ਕੌਮ ਤੇ ਆਪਣੇ ਜ਼ੁਬਾਨ ਦੇ ਨਾਲ ਖੜੇ ਹਾਂ, ਲੋਕਾਂ ਦੇ ਨਾਲ। ਉਹ ਸਾਡੀ ਜ਼ੁਬਾਨ, ਸਾਡੇ ਸੂਬੇ, ਸਾਡੀ ਹੋਂਦ ਤੇ ਹਮਲਾ ਕਰ ਰਹੇ ਨੇ। ਦੇਅਰਫੋਰ ਦੇयर ਵਾਸ ਨੋ ਪੋਸਿਬਿਲਿਟੀ ਐਟ ਆਲ, ਇਟਸ ਆਲ ਗੌਸ। ਨਾਲੇ ਮੇਰਾ ਨਾਮ ਤਾਂ ਲੋਕਾਂ ਨੇ ਮਜ਼ਾਕ ਹੀ ਬਣਾਇਆ, ਕੋਈ ਕਹਿੰਦਾ ਜੀ RSS ਦਾ ਏਜੰਟ ਹੈ, BJP ਦਾ ਏਜੰਟ ਹੈ, ਕਾਂਗਰਸ ਦਾ ਏਜੰਟ ਹੈ, ਫਲਾਨਾ ਵਾ।
ਇਟਸ ਆਲ ਅ ਫਰਾਡ। ਅਲਟੀਮੇਟਲੀ ਖੜਾ ਤਾਂ ਮੈਂ ਉੱਥੇ ਜਿੱਥੇ ਹੈਗਾ ਵਾਂ, ਪੰਜਾਬ ਦੇ ਨਾਲ ਖੜਾ ਵਾਂ। ਹੋਰ ਵੀ ਵਿਧਾਇਕਾਂ ਨੇ ਅੰਦੋਲਨ ਦੀ ਹਮਾਇਤ ਕੀਤੀ ਹੈ, ਕਿਸਾਨ ਅੰਦੋਲਨ ਦੀ, ਪਰ ਟਾਰਗੇਟ ਤੁਹਾਨੂੰ ਹੀ ਕਿਉਂ ਕੀਤਾ ਗਿਆ? ਇਹ ਤਾਂ ਹੁਣ ਤੁਸੀਂ ਏਜੰਸੀ ਨੂੰ ਪੁੱਛ ਸਕਦੇ ਜਾਂ ਬੀਜੇਪੀ ਨੂੰ ਪੁੱਛ ਸਕਦੇ, ਉਹਦਾ ਜਵਾਬ ਮੈਂ ਖੁਦ ਕੀ ਦੇ ਸਕਦਾ ਜੀ। ਇਹ ਸੀਗੇ ਸੁਖਪਾਲ ਖਹਿਰਾ ਜੀ, ਜਿਹੜੇ ਕਿ ਦੱਸ ਰਹੇ ਸੀਗੇ ਜਿਹੜੀ ਈਡੀ ਦੀ ਰੇਡ ਸਵੇਰ ਤੋਂ ਚੱਲ ਰਹੀ ਆ ਉਸ ਦੇ ਪਿੱਛੇ ਕੀ ਕਾਰਨ ਹੈ। ਸੁਖਪਾਲ ਖਹਿਰਾ ਜੀ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜੀ ਇਹ ਈਡੀ ਦੀ ਰੇਡ ਹੈ ਉਹਨਾਂ ਦੀ ਮੈਰਿਜ ਨੂੰ ਲੈ ਕੇ ਆ, ਔਰ ਇੱਥੋਂ ਉਹਨਾਂ ਦੇ ਘਰ ਤੋਂ ਕੋਈ ਅਜਿਹਾ ਡਾਕੂਮੈਂਟ ਨਹੀਂ ਮਿਲਿਆ ਜੋ ਕਿ ਇਹ ਦਿਖਾਉਂਦਾ ਹੋਵੇ ਕਿ ਇਹ ਮਨੀ ਲੈਂਡਿੰਗ ਦਾ ਕੇਸ ਹੈਗਾ। ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਉਹਨਾਂ ਦੇ ਕੋਈ ਫਰਜ਼ੀ ਪਾਸਪੋਰਟ ਸੰਬੰਧੀ ਕੋਈ ਪੁੱਛਤਾਛ ਹੋਈ ਹੈ, ਨਾ ਕੋਈ ਮਨੀ ਲੈਂਡਿੰਗ ਸੰਬੰਧੀ ਕੋਈ ਪੁੱਛਤਾਛ ਹੋਈ ਆ, ਔਰ ਨਾ ਹੀ ਡਰੱਗਸ ਨੂੰ ਲੈ ਕੇ ਕੋਈ ਪੁੱਛਤਾਛ ਹੋਈ ਆ। ਉਹਨਾਂ ਦਾ ਕਹਿਣਾ ਹੈ ਕਿ ਕੁਝ ਮੈਰਿਜ ਦੇ ਰਿਲੇਟਿਡ ਜੋ ਬੇਟੇ ਔਰ ਬੇਟੀ ਦੀ ਜਿਹੜੀ ਮੈਰਿਜ ਦੇ ਰਿਲੇਟਿਡ ਕੁਝ ਡਾਇਰੀਆਂ ਸੀਗੀਆਂ ਉਹ ਜ਼ਬਤ ਕੀਤੀਆਂ ਗਈਆਂ, ਕੁਝ ਬੈਂਕ ਅਕਾਊਂਟਸ ਦੀ ਡਿਟੇਲ ਦਿੱਤੀ ਗਈ ਆ। ਇਸ ਤੋਂ ਇਲਾਵਾ ਮੋਬਾਈਲ ਫੋਨ ਜਿਹੜੇ ਆ ਉਹ ਜ਼ਬਤ ਕੀਤੇ ਗਏ ਆ, ਲੈਪਟਾਪ ਤੇ ਕੰਪਿਊਟਰ ਜਿਹੜੇ ਆ ਉਹ ਜ਼ਬਤ ਕੀਤੇ ਗਏ ਆ। ਸੁਖਪਾਲ ਖਹਿਰਾ ਦਾ ਦਾਅਵਾ ਹੈ ਕਿ ਮਨੀ ਲੈਂਡਿੰਗ, ਡਰੱਗਸ ਅਤੇ ਫਰਜ਼ੀ ਪਾਸਪੋਰਟ ਸੰਬੰਧੀ ਕਿਸੇ ਵੀ ਅਧਿਕਾਰੀ ਨੇ, ਜਿਹੜੇ ਕਿ 15 ਅਧਿਕਾਰੀ ਈਡੀ ਦੇ ਆਏ ਸੀ, ਉਹਨਾਂ ਵਿੱਚੋਂ ਕਿਸੇ ਵੀ ਅਧਿਕਾਰੀ ਨੇ ਕੋਈ ਲਫ਼ਜ਼ ਨਹੀਂ ਪੁੱਛਿਆ, ਕੋਈ ਕਿਸੇ ਤਰ੍ਹਾਂ ਦੀ ਪੁੱਛਤਾਛ ਨਹੀਂ ਹੋਈ। ਤੇ ਸੁਖਪਾਲ ਖਹਿਰਾ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਘਰ ਚੋਂ ਕੋਈ ਇੱਕ ਪੈਸਾ, ਕੋਈ ਨਗਦ ਵੀ ਨਹੀਂ ਮਿਲਿਆ ਜਿਹਨੂੰ ਈਡੀ ਸੀਜ਼ ਕਰਕੇ ਲੈ ਗਈ ਹੋਵੇ, ਔਰ ਨਾ ਹੀ ਕੋਈ ਸੋਨੇ ਦੀ ਆਈਟਮ ਜਾਂ ਡਾਇਮੰਡ ਦੀ ਆਈਟਮ ਕੋਈ ਜਿਹੜੀ ਈਡੀ ਦੀ ਟੀਮ ਹੈ ਸੀਜ਼ ਕਰਕੇ ਨਹੀਂ ਲੈ ਕੇ ਗਈ। ਉਹਨਾਂ ਦਾ ਕਹਿਣਾ ਹੈ ਕਿ ਕੁਝ ਡਾਕੂਮੈਂਟ ਲੈ ਕੇ ਗਈ ਆ, ਔਰ ਈਡੀ ਦੇ ਜਿਹੜੇ ਅਧਿਕਾਰੀ ਆਏ ਸੀ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜੇ ਡਾਕੂਮੈਂਟ ਹੈ ਇਹ ਦਿੱਲੀ ਭੇਜੇ ਜਾਣਗੇ, ਉਸ ਤੋਂ ਬਾਅਦ ਦੇਖਿਆ ਜਾਏਗਾ ਕਿ ਅਗਲੀ ਕਾਰਵਾਈ ਕੀ ਬਣਦੀ ਆ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। बाबा सुल्तान बंगाली 21 बार गोल्ड मेडलिस्ट। सारियां थावां तो निराश ते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ते मुठकरनी, लव मैरिज, सौतन ते दुश्मन तो छुटकारा, पक्का काम पक्का हल। 101% दी गारंटी, अस्टाम पेपर ते लिख के। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी चानबन, जादू टोना, मनमोड़ी वशीकरण करवाओ जा तुड़वाओ, रुस्से नूं मनाउणा। फोन 95 603 92 450, 95 603 92 451। पंडित राधे शर्मा, चमत्कार हुंदे वेखो अपनी अखां दे सामने। 24 घंटे विच पाओ हर परेशानी दा हल। मुसलमानी, रूहानी ते काले इलम दे बादशाह, मेरे कीते नूं मेरे तो इलावा कोई कट नहीं सकदा। मोड़ी वशीकरण करवाओ, मनचाहा प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी, कारोबार च रुकावट, विदेश यात्रा, लॉटरी तो धन मिलेगा जां नहीं, सच्चाई जानो। लॉटरी नंबर पाओ 649 होवे जां लोटो मैक्स, तुहाडी हर गल 100% गुप्त रखी जावेगी। प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा। मोबाइल 98 768 045 80 85 588 38 617।